ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ। ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ। ਵਾਹਿਗੁਰੂ ਸਾਹਿਬ ਜੀ। ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ। ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਹੀ ਕਾਂਬ। ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ। ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਹੀ ਕਾਂਬ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਰੋਜ਼ਾਨਾ ਦੀ ਤਰ੍ਹਾਂ ਇੱਕ ਬਾਣੀ ਚੈਨਲ ਦੇ ਰਾਹੀਂ ਘਰਾਂ ਦੇ ਵਿੱਚ ਬੈਠ ਕੇ ਤੁਸੀਂ ਸਾਰੇ ਹੀ ਵੱਖ-ਵੱਖ ਗੁਰੂ ਪਿਆਰਿਆਂ ਪਾਸੋਂ, ਭੈਣਾਂ ਪਾਸੋਂ, ਵੀਰਾਂ ਪਾਸੋਂ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਸਤਿਗੁਰੂ ਦੀ ਪਾਵਨ ਸਿੱਖਿਆ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੱਚੇ ਪਾਤਸ਼ਾਹ ਨੇ ਅੱਜ ਕਿਰਪਾ ਕੀਤੀ ਹੈ। ਸਾਰੀ ਸੰਗਤ ਅਸੀਸ ਬਖਸ਼ੋ, ਹਾਜ਼ਰੀ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਉਹਨਾਂ ਦੇ ਦਰਜ ਕੀਤੇ ਹੋਏ ਸ਼ਲੋਕਾਂ ਦੇ ਵਿੱਚੋਂ ਇੱਕ ਸ਼ਲੋਕ ਦੇਖਣ ਨੂੰ ਦੋ ਪੰਕਤੀਆਂ ਹਨ, ਪਰ ਭਗਤ ਕਬੀਰ ਸਾਹਿਬ ਜੀ ਨੇ ਸਿੱਖਿਆ ਬੜੀ ਵੱਡੀ ਦਿੱਤੀ ਹੈ ਦੋਨਾਂ ਪੰਕਤੀਆਂ ਦੇ ਵਿੱਚ। ਇਹਨਾਂ ਪੰਕਤੀਆਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਜ ਸਾਨੂੰ ਸਮਝ ਲੱਗ ਜਾਵੇ ਕਿ ਗੁਰੂ ਦੇ ਘਰ ਦੇ ਵਿੱਚ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਸ ਅਵਸਥਾ ਤੱਕ ਕਿਵੇਂ ਪਹੁੰਚਣਾ ਹੈ। ਮਨੁੱਖ ਰਸਤੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੁਨੀਆ ਦੀਆਂ ਹਨੇਰੀਆਂ ਦੇ ਵਿੱਚ, ਵਾਵਰੋਲਿਆਂ ਦੇ ਵਿੱਚ ਮਨੁੱਖ ਖਚਿਤ ਹੋ ਕੇ, ਗ੍ਰਸਤ ਹੋ ਕੇ ਜਿਹੜਾ ਧਰਮ ਦਾ ਮਾਰਗ ਸੀ ਉਸ ਤੋਂ ਪਿੱਛੇ ਹਟ ਜਾਂਦਾ ਹੈ, ਉੱਥੋਂ ਤੱਕ ਪਹੁੰਚਦਾ ਨਹੀਂ। ਇਸ ਸ਼ਲੋਕ ਦੇ ਜਿਹੜੇ ਅੱਖਰੀ ਅਰਥ ਨੇ, ਬਾਬਾ ਕਬੀਰ ਸਾਹਿਬ ਜੀ ਨੇ ਇੱਕ ਉਦਾਹਰਣ ਦਿੱਤੀ ਹੈ ਅੰਬ ਦੇ ਬੂਟੇ ਦੀ, ਅੰਬ ਦੇ ਰੁੱਖ ਦੀ, ਮਨੁੱਖ ਨੂੰ ਸਮਝਾਉਣ ਦੇ ਲਈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਦੇਖੋ ਮਾਲੀ ਨੇ ਬਾਗ ਦੇ ਵਿੱਚ ਬੂਟਾ ਲਾਇਆ, ਉਸ ਬੂਟੇ ਦੀ ਪਰਵਰਿਸ਼ ਬੜੀ ਕੀਤੀ, ਹਨੇਰੀਆਂ ਤੋਂ ਬਚਾਉਣ ਦੇ ਲਈ ਉਹਨੂੰ ਆਸਰਾ ਵੀ ਦਿੱਤਾ, ਸਹਾਰਾ ਵੀ ਦਿੱਤਾ,
ਭਾਵੇਂ ਸੋਟੇ ਦਾ ਸਹਾਰਾ ਦਿੱਤਾ, ਭਾਵੇਂ ਉਹਨੂੰ ਜੰਗਲੇ ਦਾ ਸਹਾਰਾ ਦਿੱਤਾ। ਹੌਲੀ ਹੌਲੀ ਵੱਡਾ ਹੋ ਗਿਆ, ਉਹਨੂੰ ਬੂਰ ਪੈਣਾ ਸ਼ੁਰੂ ਹੋ ਗਿਆ, ਉਧਰੋਂ ਹਨੇਰੀਆਂ ਵੀ ਆਉਂਦੀਆਂ, ਫਲ ਜਿਹੜਾ ਲੱਗ ਰਿਹਾ ਉਹ ਫਲ ਕਿਤੇ ਨਾ ਕਿਤੇ ਧਰਤੀ ਤੇ ਵੀ ਡਿੱਗਦੇ ਨੇ। ਤੇ ਅਖੀਰ ਦੇ ਵਿੱਚ ਨਿਚੋੜ ਕੱਢ ਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕੋਈ ਵਿਰਲੇ ਫਲ ਹੁੰਦੇ ਨੇ, ਜਿਸ ਮਾਲਕ ਨੇ ਉਹ ਬੂਟਾ ਲਾਇਆ ਸੀ ਮਾਲੀ ਦੇ ਪਾਸ, ਉਸ ਮਾਲਕ ਦੇ ਪਾਸ ਵਿਰਲੇ ਹੀ ਉਹ ਫਲ ਨੇ। ਆਪਾਂ ਅੰਬ ਦੇ ਰੁੱਖ ਦੀ ਉਦਾਹਰਣ ਹੈ, ਅੰਬ ਕਹਿ ਲਓ, ਉਹ ਮਾਲਕ ਦੇ ਪਾਸ ਪਹੁੰਚਦੇ ਨੇ, ਉਹ ਵਿਰਲੇ ਹੀ ਹੁੰਦੇ ਨੇ। ਬਾਕੀ ਹਨੇਰੀਆਂ ਆਉਂਦੀਆਂ ਤੇ ਜਦੋਂ ਹਨੇਰੀਆਂ ਆਉਂਦੀਆਂ, ਮੌਸਮ ਕਰਵਟ ਲੈਂਦਾ, ਸਮਾਂ ਬਦਲਦਾ, ਰਸਤੇ ਦੇ ਵਿੱਚ ਹੀ ਝੜ ਜਾਂਦੇ, ਡਿੱਗ ਜਾਂਦੇ, ਕੋਈ ਵਿਰਲੇ ਮਾਲਕ ਤੱਕ ਪਹੁੰਚਦੇ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਫਲ ਲਾਗੇ ਫਲਨ, ਫਲ ਲਾਗੇ ਫਲਨ, ਹੌਲੀ ਹੌਲੀ ਫਲ ਲੱਗਣਾ, ਬੂਰ ਪਿਆ, ਫਲ ਲੱਗਣਾ ਸ਼ੁਰੂ ਹੋ ਗਿਆ। ਪਾਕਣ ਲਾਗੇ ਆਂਬ, ਅੰਬਾਂ ਨੂੰ ਫਲ ਪੈਣ ਲੱਗ ਪਿਆ ਤੇ ਸਹਿਜੇ ਸਹਿਜੇ ਉਹ ਟਕਾ ਦੇ ਵਿੱਚ, ਜ਼ਿੰਦਗੀ ਦੇ ਵਿੱਚ ਸਹਿਜੇ ਸਹਿਜੇ ਉਹਨਾਂ ਨੇ ਪੱਕਣਾ ਸ਼ੁਰੂ ਕਰ ਦਿੱਤਾ। ਜਾਏ ਪਹੁੰਚੈ ਖਸਮ ਕੋ, ਜੋ ਬੀਚ ਨਾ ਖਾਹੀ ਕਾਂਬ। ਖਸਮ ਕੋ, ਬਾਗ ਦੇ ਮਾਲਕ ਦੇ ਕੋਲ, ਜਾਏ ਪਹੁੰਚੈ ਖਸਮ ਕੋ, ਪੱਕਣ ਤੋਂ ਪਹਿਲਾਂ ਜਿਹੜੇ ਇਹ ਅੰਬ ਨੇ, ਜੇ ਹਨੇਰੀ ਦੇ ਨਾਲ ਨਾ ਹਿੱਲਣ, ਨਾ ਡਿੱਗਣ, ਤਾਂ ਹੀ ਮਾਲਕ ਦੇ ਤੱਕ ਪਹੁੰਚਦੇ ਨੇ। ਨਹੀਂ ਤਾਂ ਬਹੁਤ ਜ਼ਿਆਦੇ ਰਸਤੇ ਦੇ ਵਿੱਚ ਹਨੇਰੀਆਂ ਆਉਂਦੀਆਂ, ਉਹ ਰਸਤੇ ਦੇ ਵਿੱਚ ਹੀ ਰਹਿ ਜਾਂਦੇ ਆ। ਭਾਵ ਅਰਥ ਇਹ ਆ, ਉਦਾਹਰਣ ਇੱਕ ਦਿੱਤੀ ਹੈ ਫਲ ਦੇ ਰੁੱਖ ਦੀ, ਅੰਬ ਦੇ ਰੁੱਖ ਦੀ ਉਦਾਹਰਣ ਦਿੱਤੀ, ਫਲਾਂ ਦੀ ਉਦਾਹਰਣ ਦਿੱਤੀ, ਹਨੇਰੀਆਂ ਦੀ ਉਦਾਹਰਣ ਦੇ ਕੇ ਬਾਬਾ ਕਬੀਰ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਮਨੁੱਖ, ਤੂੰ ਆਪਣੀ ਜ਼ਿੰਦਗੀ ਦੇ ਵਿੱਚ, ਮਨੁੱਖਾ ਜਨਮ ਦੇ ਵਿੱਚ ਉਸ ਸਿਖਰ ਤੇ ਪਹੁੰਚਣਾ ਹੈ, ਉਸ ਅਵਸਥਾ ਤੇ ਪਹੁੰਚਣਾ ਹੈ ਜਿਸ ਅਵਸਥਾ ਨੂੰ ਸਤਿਗੁਰੂ ਗੁਰਬਾਣੀ ਦੇ ਵਿੱਚ ਸੱਚਖੰਡ ਦੀ ਅਵਸਥਾ, ਸਹਿਜ ਦੀ ਅਵਸਥਾ, ਤੁਰਿਆ ਅਵਸਥਾ, ਬਾਬਾ ਫਰੀਦ ਸਾਹਿਬ, ਬਾਬਾ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ। ਇਸ ਅਵਸਥਾ ਤੇ ਪਹੁੰਚਣਾ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ, ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ, ਬਜਾਵਣ ਹਾਰੋ ਕਹਾਂ ਗਇਓ, ਜਿਨ ਇਹ ਮੰਦਰ ਕੀਨਾ, ਸਾਖੀ ਸ਼ਬਦ ਸੁਰਤ ਨਹੀਂ ਉਪਜੀ, ਖਿੰਚ ਤੇਜ ਸਭ ਲੀਨਾ। ਇਸ ਅਵਸਥਾ ਤੇ, ਤੁਰਿਆ ਅਵਸਥਾ, ਨਿਰਵਾਣ ਦੀ ਅਵਸਥਾ, ਅਲੱਗ-ਅਲੱਗ ਅਵਸਥਾ ਦਾ ਜ਼ਿਕਰ ਕੀਤਾ ਹੈ। ਇਹ ਉਹ ਅਵਸਥਾ ਹੈ ਜਿਹਨੂੰ ਸਹਿਜ ਦੀ ਅਵਸਥਾ, ਆਤਮਿਕ ਅਡੋਲਤਾ ਦੀ ਅਵਸਥਾ ਕਹਿੰਦੇ ਆ, ਜਿੱਥੇ ਜਾ ਕੇ ਸਿੱਖ ਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਸਿੱਖ ਗੁਰੂ, ਗੁਰੂ ਸਿੱਖ ਹੈ, ਇੱਕੋ ਗੁਰ ਉਪਦੇਸ਼ ਚਲਾਏ। ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਇਹ ਵੀ ਕਹਿੰਦੇ ਨੇ ਵੀ ਗੁਰੂ ਤੇ ਸਿੱਖ ਦੀ ਅਵਸਥਾ ਇੱਕ ਹੋ ਗਈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋਂ ਸਦ ਸਦ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਦ। ਉਸ ਅਵਸਥਾ ਤੇ ਜਿਹਨੂੰ ਬਾਬਾ ਜੀ ਕਹਿੰਦੇ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ। ਹੁਣ ਇੱਕ ਹੋ ਗਏ, ਕੋਈ ਨਾ ਸਕੈ ਪਛਾਨੀ। ਜਿਸ ਅਵਸਥਾ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਆ ਜਿਉ ਪਾਨੀ ਸੰਗ ਪਾਨੀ, ਇਸ ਮਾਰਗ ਦੇ ਉੱਤੇ ਸੁੱਖ ਦੁੱਖ, ਹਰਖ ਖੁਸ਼ੀ, ਉਸਤਤ ਨਿੰਦਾ, ਈਰਖਾ ਲੋਭ, ਹੰਕਾਰ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਿੱਖ ਦਾ ਜੀਵਨ ਏਦਾਂ ਦਾ ਬਣ ਜਾਵੇ, ਉਹਨੂੰ ਸਤਿਗੁਰੂ ਕਹਿੰਦੇ ਉਹ ਆਪਣੇ ਮਾਲਕ ਦੇ ਪਾਸ ਪਹੁੰਚ ਗਿਆ। ਕੱਲ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਤਾਂ ਗੁਰਤਾ ਗੱਦੀ ਸੀ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦਾ ਪਹਿਲਾ ਜੀਵਨ ਛੱਡ ਕੇ, ਇੱਕ ਉਦਾਹਰਣ ਦੇ ਤੌਰ ਤੇ ਲੈਣਾ ਮੈਂ, ਪਹਿਲਾ ਜੀਵਨ ਛੱਡ ਕੇ ਉਹ 7 ਸਾਲ ਦਾ ਜੀਵਨ ਦੇਖੋ। 7 ਸਾਲ ਦੇ ਜੀਵਨ ਤੋਂ ਉਸ ਅਵਸਥਾ ਤੱਕ ਪਹੁੰਚਣਾ ਹੈ ਜਿਹੜੀ ਅਵਸਥਾ ਮਾਲਕ ਦੇ ਪਾਸ ਪਹੁੰਚਣ ਦੀ, ਜਿੱਦਾਂ ਅੰਬ ਦੇ ਉਦਾਹਰਣ ਦੀ, ਰੁੱਖ ਦੀ ਉਦਾਹਰਣ ਦੀ, ਰੁੱਖ ਤੋਂ ਉਦਾਹਰਣ ਦਿੱਤੀ, ਅੰਬ ਦੇ ਰੁੱਖ ਤੋਂ ਬਾਬਾ ਕਬੀਰ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਵੀ ਮਾਲਕ ਤੱਕ ਪਹੁੰਚਣਾ ਹੈ। ਹੁਣ 7 ਸਾਲ ਦੇ ਵਿੱਚ ਹਨੇਰੀਆਂ ਵੀ ਬੜੀਆਂ ਆਈਆਂ। ਉਹ ਵੀ ਸੱਜਣ ਜਿਹੜੇ ਧਰਮ ਦੇ ਮਾਰਗ ਤੇ ਤੁਰੇ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕਾਰਨ ਕਰਕੇ ਉਸ ਪਦਵੀ ਤੱਕ, ਉਸ ਅਵਸਥਾ ਤੱਕ ਨਹੀਂ ਪਹੁੰਚ ਸਕੇ, ਪਿੱਛੇ ਰਹਿ ਗਏ। ਸਿੱਖਾਂ
ਪੁੱਤਰਾਂ ਘੋਖ ਕੇ ਸਭ ਉਮਤ ਦੇਖੋ, ਜੇ ਕਿਉਣ ਜਸ ਦੋਸ ਤਾਂ ਲਹਿਣਾ ਟਿਕਿਉਣ। ਗੁਰ ਅੰਗ ਤੇ ਅੰਮ੍ਰਿਤ ਬ੍ਰਿਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਇਨ ਦੀਵੇ ਤੇ ਜਿਉ ਦੀਵਾ ਬਲਿਆ। ਹੁਣ ਇਹਦੇ ਵਿੱਚ ਜਾਤ ਪਾਤ ਛੱਡਣੀ, ਇਹਦੇ ਵਿੱਚ ਹੀਨ ਭਾਵਨਾ ਨੂੰ ਛੱਡਣਾ। ਮੇਰੀ ਕੁੱਲ ਉੱਚੀ, ਮੈਂ ਉੱਚੇ ਖਾਨਦਾਨ ਚ ਪੈਦਾ ਹੋਇਆ, ਮੈਨੂੰ ਹੁਕਮ ਹੋ ਗਿਆ ਕਿ ਮਰੇ ਹੋਏ ਚੂਹੇ ਨੂੰ ਬਾਹਰ ਕੱਢਣਾ, ਮੈਨੂੰ ਹੁਕਮ ਹੋ ਗਿਆ ਨਾਲੇ ਦੇ ਵਿੱਚੋਂ ਕਟੋਰਾ ਕੱਢ ਕੇ ਬਾਹਰ ਕੱਢਣਾ, ਮੈਨੂੰ ਕਈ ਹੁਕਮ ਹੋ ਗਏ ਕੱਪੜੇ ਧੋਣੇ ਆ, ਕੰਧ ਖੜੀ ਕਰਨੀ ਆ, ਸਰਦੀ ਬੜੀ ਆ। ਗੱਲ ਇਹ ਨਹੀਂ ਹੈ, ਇਹ ਪ੍ਰੀਖਿਆ ਹੋ ਰਹੀ ਆ। ਦੇਖਣਾ ਇਹ ਆ ਵੀ ਗੁਰੂ ਦੇ ਸਿੱਖ ਉਸ ਅਵਸਥਾ ਤੇ ਪਹੁੰਚ ਚੁੱਕਾ ਹੈ, ਕਿਤੇ ਅੰਦਰ ਹੀਨ ਭਾਵਨਾ ਤਾਂ ਨਹੀਂ, ਕਿਤੇ ਅੰਦਰੋਂ ਸਹਿਜਤਾ ਨਹੀਂ ਖਤਮ ਹੋ ਚੁੱਕਾ, ਅੰਦਰ ਟਿਕਾ ਪੂਰਾ ਆ ਚੁੱਕਾ ਹੈ। ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਣਾ ਹੈ, ਗੁਰੂ ਨਾਨਕ ਜੋਤ ਨੂੰ ਅੱਗੇ ਲੈ ਕੇ ਜਾਣਾ ਹੈ। ਜਾਏ ਪਹੁੰਚੈ ਖਸਮ ਕਹੋ, ਉਹ ਖਸਮ ਤੱਕ ਪਹੁੰਚਣਾ ਜੋ ਬੀਚ ਨਾ ਖਾਹੀ ਕਾਂਬ, ਜਿਹੜੇ ਵਿੱਚ ਡੋਲਦੇ ਨਹੀਂ ਡਗ ਮਗਾਉਂਦੇ ਨਹੀਂ। ਹੁਣ ਸਤਿਗੁਰਾਂ ਦੀ ਗੁਰਬਾਣੀ ਨੂੰ ਪੜ੍ਹ ਕੇ ਦੇਖੋ, ਇਸ ਸ਼ਲੋਕ ਨੂੰ ਆਪਾਂ ਹੋਰ ਗਹਿਰਾਈ ਦੇ ਵਿੱਚ ਚੱਲੀਏ। ਬਾਬਾ ਕਬੀਰ ਸਾਹਿਬ ਜੀ ਦਾ ਸ਼ਲੋਕ ਹੈ। ਬਾਬਾ ਕਬੀਰ ਸਾਹਿਬ ਕਹਿੰਦੇ, ਬੰਦਿਆ ਕਿਉਂ ਡੋਲਦਾ ਪਿਆ, ਆਪਣੀ ਜਿੰਦ ਨੂੰ ਕਿਉਂ ਡਲਾਉਂਦਾ ਪਿਆ? ਜੇ ਜ਼ਿੰਦਗੀ ਦੇ ਵਿੱਚ ਸੁੱਖ ਪ੍ਰਾਪਤ ਕਰਨਾ ਹੈ ਤੇ ਸਾਰੇ ਸੁੱਖਾਂ ਦਾ ਮਾਲਕ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਹੈ, ਇੱਕ ਪ੍ਰਮਾਤਮਾ ਹੈ, ਉਹਦੀ ਸ਼ਰਨ ਚ ਆ ਜਾ। ਕਬੀਰ ਡਗਮਗ ਕਿਆ ਕਰੇ, ਕਹਾਂ ਡੁਲਾਵੇਂ ਜੀਓ, ਸਰਬ ਸੁਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਉਹ ਵਾਹਿਗੁਰੂ, ਉਹ ਮਾਲਕ, ਉਹ ਪਰਮਾਤਮਾ ਸਾਰੇ ਸੁੱਖਾਂ ਦਾ ਦਾਤਾ ਹੈ, ਤੇ ਉਹਦੀ ਸ਼ਰਨ ਦੇ ਵਿੱਚ ਆ ਜਾ, ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹਿ, ਫਿਰ ਜ਼ਿੰਦਗੀ ਤੇ ਕਦੇ ਡੋਲੇਗਾ ਨਹੀਂ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਚੜਿਆ ਸੋਧਣ ਧਰਤ ਲੁਕਾਈ। ਜਿਹੜੇ ਲੋਕਾਂ ਨੇ ਕੇਵਲ ਤੇ ਕੇਵਲ ਧਰਮੀ ਹੋਣ ਦਾ ਇੱਕ ਵਿਖਾਵਾ ਕੀਤਾ, ਕੋਈ ਪਹਾੜਾਂ ਦੀਆਂ ਕੰਦਰਾਂ, ਕੋਈ ਗੁਫਾਵਾਂ, ਕੋਈ ਧਾਰਮਿਕ ਅਸਥਾਨਾਂ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾਂ, ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਣਵਾਰੀ। ਸਤਿਗੁਰੂ ਜਿੱਥੇ ਵੀ ਗਏ, ਜਿਹੜੇ ਹਨੇਰੀਆਂ ਦੇ ਵਿੱਚ ਆਉਂਦੇ ਸੀ, ਆਪਣੇ ਮਾਰਗ ਤੋਂ ਥੜਕ ਜਾਂਦੇ ਸੀ। ਮਾਰਗ ਕੀ ਸੀ? ਆਪਣਾ ਉਸ ਅਵਸਥਾ ਤੇ ਪਹੁੰਚਣਾ, ਲੋਕਾਂ ਦੀ ਸੇਵਾ ਕਰਨੀ, ਸਮਾਜ ਦੀ ਸੇਵਾ ਕਰਨੀ, ਸਮਾਜ ਨੂੰ ਸਿੱਧੇ ਰਸਤੇ ਪਾਉਣ ਦੀ ਥਾਂ ਆਪ ਉਲਟੇ ਰਸਤੇ ਤੇ ਪੈ ਗਏ, ਆਪ ਉਜੜੇ ਪਏ ਹੋਏ ਸਨ। ਸਤਿਗੁਰੂ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਘਰ ਘਰ ਜਾ ਕੇ ਜਾਂ ਧਾਰਮਿਕ ਅਸਥਾਨਾਂ ਤੇ ਜਾ ਕੇ ਹੌਕਾ ਦੇ ਕੇ ਸਿੱਧੇ ਰਸਤੇ ਤੇ ਪਾਇਆ। ਇੱਥੋਂ ਤੱਕ ਕਿਹਾ, ਸਿੱਧ ਛਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਜੋਗੀ ਗਿਆਨ ਵਿਹੂਣਿਆ, ਨਿਸ ਦਿਨ ਅੰਗ ਲਗਾਇਨ ਸ਼ਾਰਾ। ਸ਼ਾਰਾ ਮਤਲਬ ਸਵਾਹ, ਸਰੀਰ ਉੱਤੇ ਮਲੀ ਵੀ। ਰੋਜ਼ਾਨਾ ਇਹ ਕਾਰਜ ਹੁੰਦੇ ਨੇ, ਤੇ ਇਹ ਸੰਸਾਰ ਨੂੰ ਕਿੱਥੇ ਤੁਸੀਂ ਪਹੁੰਚਾਉਣਾ? ਮਤਲਬ ਇਹ ਮਨੁੱਖਤਾ ਨੂੰ ਉਹਨਾਂ ਹਨੇਰੀਆਂ ਦੇ ਵਿੱਚੋਂ, ਵਕਾਰਾਂ ਦੇ ਵਿੱਚੋਂ ਕੱਢ ਕੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਇਸ ਅਵਸਥਾ ਤੇ ਪਹੁੰਚਾਇਆ, ਜਿਹਨੂੰ ਆਤਮਿਕ ਅਡੋਲਤਾ, ਜਿਹਨੂੰ ਸਹਿਜ ਦੀ ਅਵਸਥਾ ਕਹਿੰਦੇ ਆ। ਹੁਣ ਬੰਦਾ ਡੋਲਦਾ ਕਦੋਂ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਡੋਲਣ ਦਾ ਇੱਕੋ ਇੱਕ ਕਾਰਨ ਹੈ, ਮਨੁੱਖਾ ਜਨਮ ਮਿਲ ਗਿਆ। ਮਨੁੱਖਾ ਜਨਮ ਮਿਲਣ ਤੋਂ ਬਾਅਦ ਭਾਈ ਸਾਹਿਬ ਕਹਿੰਦੇ, ਦੇਖੋ ਸੰਗਤ ਦੀ ਗੱਲ ਆ ਗਈ। ਹੁਣ ਸੰਗਤ ਦੇ ਵਿੱਚੋਂ ਸੰਸਕਾਰ ਮਿਲਦੇ ਨੇ। ਆਪਾਂ ਸਮਾਜ ਦੇ ਵਿੱਚ ਦੇਖਦੇ ਹਾਂ, ਪਰਿਵਾਰ 'ਚ ਦੇਖਦੇ ਹਾਂ, ਜਿਸ ਪਰਿਵਾਰ ਦੇ ਵਿੱਚ ਨਸ਼ਾ ਹੈ, ਝਗੜਾ ਹੈ, ਲੜਾਈ ਹੈ, ਉੱਥੋਂ ਈਰਖਾ ਹੀ ਪੈਦਾ ਹੋਣੀ, ਉੱਥੋਂ ਲੜਾਈ ਪੈਦਾ ਹੋਣੀ, ਉੱਥੇ ਮੂੰਹ ਦੇ ਵਿੱਚੋਂ ਗੰਦਗੀ ਨਿਕਲਣੀ, ਉੱਥੋਂ ਸੰਸਕਾਰ ਏਦਾਂ ਦੇ ਪੈਦਾ ਹੋਣੇ। ਔਰ ਜਿੱਥੇ ਧਰਮ ਆ ਜਾਂਦਾ, ਉੱਥੇ ਸਮਾਜ ਦੇ ਵਿੱਚ ਸੱਭਿਆਚਾਰ, ਉੱਥੇ ਸਮਾਜ ਦੇ ਵਿੱਚੋਂ ਵਧੀਆ ਪਰਿਵਾਰ, ਉੱਥੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਇਨਸਾਨ ਬਣਦੇ ਆ, ਜਿਹੜੇ ਸਮਾਜ ਨੂੰ ਚੰਗੀ ਸਿੱਖਿਆ ਦਿੰਦੇ ਆ। ਭਾਈ ਸਾਹਿਬ ਕਹਿੰਦੇ, ਹੁਣ ਜਦੋਂ ਸੰਗਤ ਦੀ ਗੱਲ ਆਈ, ਜਿਹੜੇ ਗੁਰੂ ਦੀ ਸੰਗਤ ਵਿੱਚ ਆ ਗਏ, ਉਹ ਭਗਤ ਬਣੇ, ਉਹ ਵਿਵੇਕੀ ਜਨ ਬਣੇ, ਹੁਣ ਚੰਗੇ ਗਿਆਨਵਾਨ ਬਣ ਗਏ। ਉਹਨਾਂ ਨੇ ਗੁਰੂ ਦੀ ਸਿੱਖਿਆ ਨੂੰ ਚਾਨਣ ਵਾਂਗ ਖਿਲਾਰਨਾ ਸ਼ੁਰੂ ਕਰਤਾ, ਅੱਗੇ ਦੇਣਾ ਸ਼ੁਰੂ ਕਰਤਾ। ਜਿਹੜੇ ਅਸੰਗਤ ਚ, ਕੁਸੰਗਤ ਚ ਚਲੇ ਗਏ, ਮਾੜੀ ਸੰਗਤ ਚ ਚਲੇ ਗਏ, ਮਾੜੇ ਮਿੱਤਰਾਂ ਕੋਲ ਬਹਿਣਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਭਾਈ ਸਾਹਿਬ ਕਹਿੰਦੇ ਉਹ ਚੋਰ ਬਣੇ, ਉਹ ਡਾਕੂ ਬਣੇ, ਉਹਨਾਂ ਦੇ ਜੀਵਨ ਉਧਰ ਨੂੰ ਤੁਰ ਪਿਆ, ਤੇ ਉਹਨਾਂ ਨੇ ਲੋਕਾਂ ਨੂੰ ਲੁੱਟਣਾ, ਵੱਢਣਾ, ਕੱਟਣਾ ਸ਼ੁਰੂ ਕਰ ਦਿੱਤਾ, ਲੋਕਾਂ ਦੇ ਨਾਲ ਮਾੜੇ ਵਿਤਕਰੇ ਕਰਨੇ ਸ਼ੁਰੂ ਕਰ ਦਿੱਤੇ। ਇਹ ਭਾਈ ਸਾਹਿਬ ਕਹਿੰਦੇ ਆਪੋ ਆਪਣੀ ਰੰਗ ਸੰਗ, ਆਪੋ ਆਪਣੀ ਸੰਗਤ। ਕੋਈ ਰਸਤੇ ਦੇ ਵਿੱਚ ਹੀ ਡੋਲ ਗਏ, ਤੇ ਕਈ ਡੋਲੇ ਹੀ ਨਹੀਂ, ਉਹ ਮਾਲਕ ਦੇ ਦਰ ਤੱਕ ਪਹੁੰਚ ਗਏ।
ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮਾਨਸ ਜਨਮ ਧਾਰ ਸੰਗਤ ਸੁਭਾਵ ਗਤ ਗੁਰਮਤ ਦੁਰਮਤ ਬਬਿਧ ਵਿਧਾਨੀ ਹੈ। ਗੁਰਮਤ ਤੇ ਦੁਰਮਤ ਦੋ ਗੱਲਾਂ ਆ ਗਈਆਂ। ਇੱਕ ਉਹ ਏ ਜਿਹਨੇ ਗੁਰਮਤ ਦਾ ਪੱਲਾ ਫੜ ਲਿਆ, ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਉਹ ਫਿਰ ਸਿੱਧੇ ਰਸਤੇ ਤੇ ਤੁਰ ਪਿਆ ਜੀ। ਉਹਨੂੰ ਪਤਾ ਹੈ ਬਈ ਗਲਤ ਰਸਤਾ, ਮੈਂ ਇੱਧਰ ਨੂੰ ਨਹੀਂ ਤੁਰਨਾ। ਉਹਨੇ ਸਿੱਧਾ ਰਸਤਾ ਫੜ ਲਿਆ। सीधे रेग चलो तुम नतर कुतक्का दिवे यारे। सीधा रस्ता फड़ लिया जी। हुण सीधा रस्ता जो फड़िया उहदे विच आ जांदा सच बोलना, उहदे च आ जांदा सबर रखना, उहदे च आ जांदी निमरता, उहदे च आ जांदा प्यार, उहदे च आ जांदा ईर्खा नूं छड्डो प्यार नाल मिलो। ये सारे धर्म दे रस्ते दे ने, पंथ ही ने। सतगुरु जिथे भी गए गुरु नानक देव पातशाह नूं सरीरक तौर ते भी दुख देण दी कोशिश कीती। सतगुरां ने यही कहा, भाई जिधर अल्लाह दा घर नहीं है, वाहिगुरू दा घर नहीं है, मैनूं वो रस्ता दिखा दो, मेरी लत्तां उधर कर दिओ। एक तरीका सी लोकां नूं सीधे रस्ते ते पाउण दा। ते जिहड़े कुसंगत च बह जांदे ने उहनां दे विच अवगण, ईर्खा, निंदिया, चुगली ये सारियां गल्लां आ जांदियां। हुण भाई साहब अगली पंक्ति च कहंदे साध संगत पदवी भगत औ विवेकी जन। जिहड़े साध संगत च आए वो भगत बने, वो विवेकी जन बने। उन्होंने पता लग गया भी दुनिया च किद्दां विचरना, समाज च किद्दां विचरना। भाई तिलका, भाई कलियाणा अनेका गुरु दे सिखां दा जीवन पढ़दे आ। उन्हां दे अगे दुनिया दीयां हनेरियां आईयां जी, पर गुरु दी संगत दा असर सी। हनेरियां दे विच ओ कच्चे फलां वांग डिगे नहीं। उन्हां ने शब्द दा आसरा लिया ते शब्द दे नाल जुड़े रहे, हिले नहीं। जिन्हों सतगुरु गुरबाणी च कहंदे पुराने समय दे विच चक्की पीसी जाती सी हत्थ वाली, ते चक्की दे थल्ले जिहड़े दाने आ गए वो पीसे गए, आटा बन गया उन्हां दा, पर जिहड़े उपर किल्ली दे नाल लग जांदे सी वो बच जांदे सी। जिहड़ा बंदा शब्द दे नाल जुड़िया रहा वो इन्हां हनेरियां तो बच जांदा है, वो मालक तक पहुंच जांदा है। जिहड़ा विच आ जांदा है दुनिया दी हनेरी दे विच, वो हनेरी भावें दाज रूपी होवे जी, वो हनेरी भावें 2 रुपये कमाई दी होवे जी, 2 नंबर दी कमाई दी। वो हनेरी भावें अपनी शोभा दी होवे, वो हनेरी भावें अपने आप नूं उच्चा चुकना, दूजे नूं थल्ले ला के सटना। ये हनेरियां कई प्रकार दी। रंगी रंगी भांति कर कर जिनसी माया जिन उपाई। कई प्रकार दी माया जी, रंगी रंगी भांति कई प्रकार दी आ। पर कोई विरला बंदा जिहड़े ये माया तो पासे हट जाता है। माया तो पासे हटन का भाव इनू बिल्कुल त्यागना नहीं है। तिनी विचे माया पाया, वो माया दे विच रह के, परिवार च रह के, समाज च रह के, संसार च रह के वधिया इंसान बन के जीवन जिउंदे ने। वो लोकां नूं सीधे रस्ते ते पाउंदे ने। आप जपै अवरा नाम जपावै। भाई साहब कहंदे मानस जन्म धार संगत सुभावगत साध संगत पदवी भगत और विवेकी जन जीवन मुक्त। यह जीवन मुक्त मनुख जीवन मुक्त हो गया हो। भै काहू को देत न भै मानत आन। ना डरदा है ना डराउंदा है। ये आ कहो नानक सुन रे मना ज्ञानी ताहे बखान। असल च ज्ञानवान बंदा ये आ जीवन मुक्त साध संगत पदवी भगत औ विवेकी जन जीवन मुक्त साधु ब्रह्म ज्ञानी है। वो साधु बन गया, केवल विखावा नहीं, वो ब्रह्म ज्ञानी बन गया। मन साचा मुख साचा सोए अवर ना पेखा एक बिन कोई नानक यह लक्षण ब्रह्म ज्ञानी होए। हुण अगली पंक्ति दे विच नाल ही कह दिता साध संगत पदवी भगत और विवेकी जन जीवन मुक्त साधु ब्रह्म ज्ञानी है। अदम असाध साध संगत चोर यार और जुआरी। बनया की बंदा जदों गुरु दी मत नूं छड्डता, अपनी मत पिछे तुरिया, जदों अपनी मत पिछे तुरिया ते भाई साहब भाई गुरदास जी कहंदे अदम असाध, अदम असाध माड़ी संगत च आ गए। अदम असाध साध संगत और विवेकी जन जीवन मुक्त साधु ब्रह्म ज्ञानी है। अदम असाध साध संग चोर जार और जुआरी। वो चोर बनया, वो जुआरी बनया, ठग बटवारा, वो ठग बन गया, ठगियां करदा है। ठगी कल्ली पैसे दी नहीं हुंदी, ठगी हुंदी आ तुसी दूसरे नूं मानसिक तौर ते किस तरीके नाल जलील करदे पए हो। ये भी तो ठगी है, कपट है, हीन भावना है, ठगवारा।
लोकां नूं लुट्टण वाला बन गया, बटवारा, मतवारा, नशई बन गया, अभिमानी, हंकार आ गया। जिन्हों सुखमनी साहब जी की एक अष्टपदी आ, उहदे च सारी इस चीज की व्याख्या की। सुखी बसै मसकीनिया, आप निवार तले, बड़े बड़े अहंकारिया, नानक गर्भ गले अष्टपदी, जिसका अंतर राज विमान, सो नरक पाती होवत स्वान, जो जाने मैं जो बनवंत, सो होवत बिष्टा का जंत, आपस कहो कर्मवंत कहावै, जन्म मरै बहु जोन परमावै, धन भूमिका जो करे गुमान, सो मूर्ख अंधा अज्ञान। ओ मूर्ख है, ओ अन्ना है, ओ अज्ञानी है, ਜਿਹੜੀਆਂ ਇਹ ਸਾਰੀਆਂ ਗੱਲਾਂ ਇਸ ਪਾਸੇ ਤੁਰਿਆ ਹੋਇਆ। ਭਾਈ ਸਾਹਿਬ ਕਹਿੰਦੇ ਇਹ ਮਾੜੀ ਸੰਗਤ ਦਾ ਨਤੀਜਾ ਹੈ, ਮਾੜੇ ਪਾਸੇ ਤੁਰਨ ਦਾ ਨਤੀਜਾ ਹੈ। ਅਖੀਰਲੀ ਪੰਕਤੀ 'ਚ ਕਹਿੰਦੇ ਆਪਣੇ ਆਪਣੇ ਰੰਗ ਸੰਗ ਸੁਖ ਮਾਨੈ ਬੇਸ। ਹੁਣ ਆਪੋ ਆਪਣੇ ਰੰਗਾਂ 'ਚ ਕੋਈ ਨਾਮ ਰਸ ਵਾਲੇ ਪਾਸੇ ਤੁਰ ਪਿਆ, ਧਰਮ ਵਾਲੇ ਪਾਸੇ ਤੁਰ ਪਿਆ, ਤੇ ਕੋਈ ਵਿਖਿਆ ਵਾਲੇ ਪਾਸੇ, ਪਦਾਰਥਾਂ ਵਾਲੇ ਪਾਸੇ, ਦੁਨੀਆ ਦੇ ਜ਼ਹਿਰ ਪਦਾਰਥਾਂ ਫਰੀਦਾ ਇਹ ਵਿਸ ਗੰਦਲਾ ਧਰੀਆਂ ਖੰਡ ਲਿਬਾੜ, ਜੋ ਰਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਤੇ ਸਤਿਗੁਰ ਗੁਰਬਾਣੀ 'ਚ ਕਹਿੰਦੇ ਜਿਨ੍ਹਾਂ ਨੇ ਆਪਣੇ ਆਪਣੇ ਰੰਗਾਂ ਸੰਗਾਂ 'ਚ, ਹੁਣ ਆਪਣੇ ਆਪਣੇ ਰੰਗਾਂ ਦੇ ਵਿੱਚੋਂ ਇੱਕ ਮਜੀਠ ਵਾਲੇ ਰੰਗ ਪਾਸੇ ਤੁਰ ਪਿਆ, ਉਹਨੂੰ ਹਨੇਰੀ ਨਹੀਂ ਆਈ। ਭਾਈ ਸ਼ਵੇਗ ਸਿੰਘ, ਭਾਈ ਸ਼ਾਬਾਸ਼ ਸਿੰਘ, ਪੁੱਤ ਨੂੰ ਹਨੇਰੀ ਆ ਰਹੀ ਆ ਵੀ ਤੈਨੂੰ ਰੁਤਬਾ ਉੱਚਾ ਮਿਲ ਜਾਵੇਗਾ, ਤੇ ਕਾਜੀ ਕਹਿ ਰਿਹਾ ਤੂੰ ਮੇਰੀ ਧੀ ਨਾਲ ਨਿਕਾਹ ਕਰ। ਸ਼ਵੇਗ ਸਿੰਘ ਨੂੰ, ਤੂੰ ਸਿਆਣਾ ਬੜਾ, ਤੇਰੇ 'ਚ ਲਿਆਕਤ ਬੜੀ ਏ, ਅਰਬੀ ਫਾਰਸੀ ਦੇ ਤੈਨੂੰ ਗਿਆਤਾ, ਤੂੰ ਸੋਹਣਾ ਬਣ ਗਿਆ, ਸੋਹਣਾ ਤੇ ਸੁਨੱਖਾ ਹੈ। ਹੁਣ ਹਨੇਰੀ ਆ ਗਈ, ਹਨੇਰੀ ਲਾਲਚ ਦੀ ਵੀ ਦਿੱਤੀ ਜਾ ਰਹੀ, ਮਾਇਆ ਦੀ ਵੀ ਦਿੱਤੀ ਜਾ ਰਹੀ। ਗੁਰੂ ਦੇ ਸਿੱਖ ਕੋਲ ਸ਼ਬਦ ਹੈ, ਗੁਰੂ ਦਾ ਸਿੱਖ ਸ਼ਬਦ ਦੇ ਵਿੱਚ ਪਰੋਤਾ ਹੋਇਆ। ਗੁਰੂ ਦੇ ਸਿੱਖ ਦੇ ਸਾਹਮਣੇ ਇਹ ਸਿਧਾਂਤ ਹੈ, ਉਹ ਸਿਧਾਂਤ ਹੈ, ਮੋਤੀ ਤਾਂ ਮੰਦਰ ਉਸਰੇ ਰਤਨੀਤਾ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾਓ। ਗੁਰੂ ਦੇ ਸਿੱਖ ਕੋਲ ਸਿਧਾਂਤ ਹੈ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾ ਪਾਉ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭਵਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾਓ। ਸਿਧਾਂਤ ਝੋਲੀ ਦੇ ਵਿੱਚ ਪਾਇਆ ਹੋਇਆ ਹੈ, ਸਿਧਾਂਤ ਹਿਰਦੇ 'ਚ ਟਿਕਾਇਆ ਹੋਇਆ ਹੈ। ਮੋਹਣੀ ਮੁਖ ਮਣੀ ਸੋਹੈ, ਕਰਾ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾਓ। ਪਿਆਰ ਨਾਲ ਨਹੀਂ, ਕਾਜੀ ਨੇ ਧੱਕਾ ਕੀਤਾ, ਉੱਥੇ ਝੂਠ ਬੋਲਿਆ ਗਿਆ, ਇਹਨੇ ਕੁਰਾਨ ਦੇ ਵਿਰੁੱਧ ਅਪਵਿੱਤਰ ਸ਼ਬਦ ਬੋਲੇ ਨੇ, ਚਰਖੜੀ ਦੇ ਉੱਤੇ ਪਿਤਾ ਤੇ ਪੁੱਤਰ ਨੂੰ ਚਾੜ ਦਿੱਤਾ ਗਿਆ। ਪਰ ਚੇਤਾ ਰੱਖਿਓ, ਧਨ ਘੜੀ ਧਨ ਚਰਖੜੀ, ਧਨ ਵਜੂਦ ਹਮਾਰਾ, ਧਰਮ ਹੇਤ ਹਮ ਚੜੇ ਚਰਖੜੀ, ਧਨ ਨਿਆਉ ਹਮਾਰਾ। ਧਰਮ ਦੇ ਲਈ ਤਰਖੜੀ ਦੇ ਉੱਤੇ ਚੜ ਗਏ, ਸਿਧਾਂਤ ਤੋਂ ਨਹੀਂ ਡੋਲੇ, ਧਰਮ ਤੋਂ ਨਹੀਂ ਡੋਲੇ, ਉਸ ਸਿੱਖਿਆ ਤੋਂ ਨਹੀਂ ਡੋਲੇ। ਡੋਲ ਕੇ ਇਹਨਾਂ ਅੰਬਾਂ ਦੇ ਵਾਂਗ, ਕੱਚੇ ਅੰਬਾਂ ਵਾਂਗ ਰਸਤੇ 'ਚ ਡਿੱਗ ਨਹੀਂ ਗਏ। ਗੁਰੂ ਦੇ ਸ਼ਬਦ ਦੇ ਉੱਤੇ ਪਹਿਰਾ ਦੇ ਕੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੈ ਸੋ ਖਾਈ। ਆਪਣੇ ਆਪਣੇ ਰੰਗ, ਨਾਨਕ ਗਰੀਬ ਟੈ ਪਿਆ ਦੁਆਰੇ, ਹਰ ਮੇਲ ਲਹਿ ਵੜੇ। ਹੁਣ ਉਹ ਵੀ ਬੰਦੇ ਨੇ ਜਿਹੜੇ ਡੋਲਦੇ ਬੜੀ ਛੇਤੀ ਆ। ਜਿੱਥੇ ਰਿਸ਼ਵਤ ਆ ਗਈ, ਧਰਮ ਨੂੰ ਤਲਾਂਜਲੀ ਦੇਤੀ, ਜਿੱਥੇ ਪਾਪ ਦੀ ਗੱਲ ਆਈ ਉੱਥੇ ਤਲਾਂਜਲੀ ਦੇਤੀ। ਵੱਡੀ ਲੈ ਕੇ ਹੱਕ ਗਵਾਏ, ਰਿਸ਼ਵਤ ਲੈ ਕੇ ਕੰਮ ਕੀਤਾ ਤੇ ਰਿਸ਼ਵਤ ਦੇ ਕੇ ਕੰਮ ਕਰਵਾਇਆ, ਦੋਨੇ ਹੀ ਉਸ ਕੈਟਾਗਰੀ 'ਚ ਆ ਗਏ। ਤੇ ਇਹਨਾਂ ਨੂੰ ਸਤਿਗੁਰੂ ਕਹਿੰਦੇ ਮਜੀਠ ਦਾ ਰੰਗ ਨਹੀਂ, ਇਹਨਾਂ ਨੂੰ ਕੁਸੰਬੇ ਦਾ ਰੰਗ ਹੁੰਦਾ ਹੈ। 4 ਦਿਨ ਧਰਮ ਵਾਲੇ ਪਾਸੇ ਤੁਰਦੇ ਆ, ਫਿਰ ਦੁਨੀਆ ਦੇ ਰੰਗਾਂ ਦੇ ਵਿੱਚ, ਫਿਰ ਇਹ ਉਹ ਫਲ ਨਹੀਂ ਜਿਹੜੇ ਮਾਲਕ ਤੱਕ ਪਹੁੰਚਦੇ ਆ, ਇਹ ਉਹ ਫਲ ਆ ਹਨੇਰੀ ਆਈ ਤੇ ਉੱਥੇ ਹੀ ਡਿੱਗ ਪਏ, ਉੱਥੇ ਹੀ ਚੜ ਗਏ। ਤਾਂ ਹੀ ਤਾਂ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਇਹ ਮਾਰਗ ਹੈ ਨਾ, ਧਰਮ ਦਾ ਮਾਰਗ, ਇਨਸਾਨੀਅਤ ਦਾ ਮਾਰਗ, ਦੁਨੀਆ ਨੂੰ ਸਿੱਧੇ ਰਸਤੇ ਤੇ ਪਾਉਣ ਦਾ ਮਾਰਗ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਵਾਲਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਬਿਖਮ ਹੈ ਔਖਾ। ਇਹਨੂੰ ਔਖਾ ਕਿਹਾ ਹੈ, ਪਰ ਇਹਨਾਂ ਲੋਕਾਂ ਲਈ ਔਖਾ ਹੈ ਜਿਨ੍ਹਾਂ ਦੇ ਮਨ 'ਚ ਕੇਵਲ ਤੇ ਕੇਵਲ ਹਰ ਰਸ ਛੋੜ ਹੋਛੈ ਰਸ ਮਾਤਾ, ਘਰ ਮੈਂ ਵਸਤ ਬਾਹਰ ਉੱਠ ਜਾਤਾ, ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲਗ गाथा, वजो साहिब का सेव बिरानी, ऐसे गुना शाद्यो प्राणी, तिस स्यो लूक जो सद ही संगी, कामना आवे सो फिर मंगी।
ਰੱਬ ਵਾਲੇ ਪਾਸੋਂ ਟੁੱਟ ਗਿਆ। ਵਾਹਿਗੁਰੂ ਦਾ ਵਜੀਫਾ ਲੈ ਰਿਹਾ, ਤਨਖਾਹ ਵਾਹਿਗੁਰੂ, ਸਵਾਸ ਵਾਹਿਗੁਰੂ, ਜ਼ਿੰਦਗੀ ਵਾਹਿਗੁਰੂ, ਤੇ ਸੇਵਾ ਕਰਦਾ ਪਿਆ ਲੋਕਾਂ ਦੀ, ਸੇਵਾ ਕਰਦਾ ਪਿਆ ਪਾਪੀਆਂ ਦੀ। ਧਰਮ ਵਾਲੇ ਪਾਸੇ ਤੁਰ ਪਿਆ, ਅਧਰਮੀ ਬਣ ਕੇ ਜਿਹੜਾ ਕੰਮ ਕਰਦਾ ਪਿਆ ਉਹ ਪਾਪੀਆਂ ਦੇ ਵਾਲੇ ਪਾਸੇ ਕੰਮ ਕਰਦਾ ਪਿਆ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਭਾਈਓ ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਇਸੇ ਮਾਰਗ ਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਵਾਟ ਹਮਾਰੀ ਖਰੀ ਉਡੀਨੀ, ਖੰਨਿਓ ਤਿੱਖੀ ਬਹੁਤ ਪਈਨੀ, ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ, ਪੰਥ ਸਮਾਰ ਸਵੇਰਾ। ਇਸੇ ਮਾਰਗ ਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਮਰ ਕੇ ਜਿਉਣਾ, ਇਹ ਮਾਰਗ ਤਾਂ ਹੈ ਹੀ ਮਰ ਕੇ ਜਿਉਣ ਦਾ। ਅੰਮ੍ਰਿਤ ਛਕਾਇਆ ਇਹਦਾ ਮਤਲਬ ਹੀ ਹੈ ਮਰ ਕੇ ਜਿਉਣਾ। ਇਹਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਇਸ ਮਾਰਗ ਤੇ ਤੁਰ ਪਿਆ ਨਾ, ਗੁਰਸਿੱਖੀ ਦਾ ਰੂਪ ਦੇਖ, ਇੱਕ ਸਬਾਜ ਨਾ ਹੋਰ ਸਦੇਖੈ। ਉਹਨੇ ਫਿਰ ਕਿਸੇ ਹੋਰ ਨੂੰ ਦੇਖਿਆ ਹੀ ਨਹੀਂ, ਨਾ ਮੜੀ ਨਾ ਕਬਰ ਨਾ ਕੋਈ ਦੇਹ ਧਾਰੀ ਗੁਰੂ। ਜਦੋਂ ਬੰਦਾ ਇੱਧਰ ਨੂੰ ਤੁਰ ਪੈਂਦਾ ਇਹਦਾ ਮਤਲਬ ਉਹ ਕੱਚੇ ਫਲਾਂ ਵਾਂਗ ਡਿੱਗਿਆ ਹੋਇਆ, ਰਸਤੇ 'ਚ ਡਿੱਗਿਆ ਹੋਇਆ, ਫਿਰ ਉਹ ਅਜੇ ਤਾਂ ਪਹੁੰਚੇ ਨਹੀਂ ਇਸ ਮਾਰਗ ਦੇ ਉੱਤੇ। ਪਰ ਭਾਈ ਸਾਹਿਬ ਜੀ ਕਹਿੰਦੇ ਜਿਹਨੇ ਦੇਖ ਲਿਆ ਉਹ ਭਾਈ ਮੱਝ ਵਰਗਾ। ਪਹਿਲਾਂ ਪੀਰਖਾਨੇ ਵੀ ਜਾਂਦਾ, ਕਹਿੰਦਾ ਗੁਰੂ ਜੀ ਸਿੱਖੀ ਦਿਓ, ਸਤਿਗੁਰੂ ਕਹਿੰਦੇ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ, ਪੀਰਖਾਨਾ ਢਾਹ, ਇਹ ਮਾਰਗ ਤੂੰ ਛੱਡ। ਉਹਨੇ ਢਾਹ ਦਿੱਤਾ ਜੀ, ਮੱਝਾਂ ਰੱਖੀਆਂ, ਮੱਝਾਂ ਮਰ ਗਈਆਂ, ਲੋਕਾਂ ਨੇ ਬੜੇ ਵਹਿਮ ਪਾਏ ਜੀ ਵੀ ਤੇਰੀਆਂ ਤਾਂ ਮੱਝਾਂ ਮਰੀਆਂ, ਤੂੰ ਇਹ ਛੱਡ ਦਿੱਤਾ। ਪੀਰਖਾਨਾ ਕਹਿੰਦਾ ਨਹੀਂ, ਮੇਰੇ ਗੁਰੂ ਨੇ ਕਿਹਾ, ਹੁਣ ਮੇਰਾ ਇਸ ਪਾਸੇ ਰਸਤਾ ਹੀ ਨਹੀਂ ਹੈਗਾ। ਦੁੱਖ ਦੇਖੇ ਜ਼ਿੰਦਗੀ ਦੇ ਵਿੱਚ, ਦੁੱਖ ਇਹ ਹਨੇਰੀਆਂ ਹੁੰਦੀਆਂ, ਦੁੱਖ ਆਣੇ, ਦੁੱਖ ਦੇਖੇ ਜ਼ਿੰਦਗੀ ਦੇ ਵਿੱਚ, ਪੈਸਾ ਵੀ ਨਹੀਂ ਰਿਹਾ ਜ਼ਿੰਦਗੀ ਦੇ ਵਿੱਚ, ਉਹ ਵੀ ਸਮਾਂ ਦੇਖਿਆ। ਪਰ ਇੱਕ ਦਿਨ ਅਜਿਹਾ ਆਇਆ ਗੁਰੂ ਦੀ ਗਲਵੱਕੜੀ ਦੀ, ਇਹ ਦੁੱਖ ਦੇ ਵਿੱਚੋਂ ਨਿਕਲ ਕੇ, ਇਹਨਾਂ ਹਨੇਰੀਆਂ ਚੋਂ ਨਿਕਲ ਕੇ, ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਇਥਾ ਜਗ ਲੰਗਣ ਹਾਰਾ। ਬਾਬਾ ਫਰੀਦ ਸਾਹਿਬ ਕਹਿੰਦੇ ਦਰਵੇਸ਼ ਬਣੋ ਰੁੱਖਾਂ ਦੀ ਤਰ੍ਹਾਂ। ਉਹ ਦਰਵੇਸ਼ ਇਹ ਨਹੀਂ ਕੱਲਾ ਬਾਣੇ ਵਾਲਾ ਹੁੰਦਾ, ਉਹ ਕਿਸੇ ਰੂਪ 'ਚ ਵੀ ਹੁੰਦਾ, ਉਹ ਕਿਰਤ ਕਰਦਾ, ਜੌਬ ਕਰਦਾ, ਨੌਕਰੀ ਕਰਦਾ, ਕਿਸੇ ਸਮੇਂ ਵੀ ਆ। ਫਰੀਦਾ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਦ। ਰੁੱਖ ਨੇ ਦੇਖੋ ਸਰਦੀ ਵੀ ਦੇਖੀ, ਗਰਮੀ ਵੀ ਦੇਖੀ, ਉਹਨੇ ਆਪਣੇ ਉੱਤੇ ਬਰਫ਼ ਵੀ ਝੱਲੀ, ਕੱਕਰ ਵੀ ਪਿਆ, ਪੱਤੇ ਵੀ ਝੜ ਗਏ, ਖਾਲੀ ਹੋ ਗਿਆ ਰੁੱਖ, ਬਿਲਕੁਲ ਖਾਲੀ ਹੋ ਕੇ ਰਹਿ ਗਿਆ, ਟਾਹਣੀਆਂ ਰਹਿ ਗਈਆਂ, ਪਰ ਰੁੱਖ ਖੜਾ ਰਿਹਾ। 2-4 ਮਹੀਨੇ ਬਾਅਦ ਬਸੰਤ ਰੁੱਤ ਆਈ, ਪ੍ਰਫੁੱਲਤਾ ਰਹੇ। ਬਸੰਤ ਆ ਗਈ, ਉਹ ਫਿਰ ਹਰਿਆ ਭਰਿਆ ਹੋ ਗਿਆ। ਉਹਨੇ ਆਪਣਾ ਡੋਲਿਆ ਨਹੀਂ, ਆਪਣਾ ਇੱਕ ਥਾਂ ਤੇ ਟਿਕਿਆ ਰਿਹਾ। ਸਤਿਗੁਰ ਕਹਿੰਦੇ ਤੇਰਾ ਜੀਵਨ ਏਦਾਂ ਦਾ ਹੋਵੇ, ਦੁੱਖ ਤੇ ਸੁੱਖ ਤੋਂ ਤੂੰ ਉੱਪਰ ਉੱਠਣਾ। ਗੁਰਸਿੱਖੀ ਦਾ ਰੂਪ ਦੇਖ, ਇੱਕ ਸਬਾਜ ਨਾ ਹੋਰ ਸਦੇਖੇ। ਭਾਈ ਸਾਹਿਬ ਕਹਿੰਦੇ ਉਹ ਇੱਕ ਤੋਂ ਬਿਨਾਂ ਹਾਸੇ ਪਾਸੇ ਨਹੀਂ ਦੇਖਦਾ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਗੁਰਸਿੱਖੀ ਦਾ ਚਾਨਣਾ ਲੱਖ ਅੰਮ੍ਰਿਤ ਫਲ ਫਿੱਕੇ ਲੈ ਕੇ। ਕਮਾਲ ਦੀ ਗੱਲ ਆ, ਜਿਨ੍ਹਾਂ ਨੇ ਸ਼ਬਦ ਦਾ ਚਾਨਣ ਲੈ ਲਿਆ ਉਹ ਵੈਸ਼ਨੋ ਤੋਂ ਭਾਈ ਵੈਸ਼ਨੋ, ਸੱਜਣ ਤੋਂ ਭਾਈ ਸੱਜਣ ਬਣ ਗਏ, ਵਲੀ ਕੰਧਾਰੀ ਤੋਂ ਵਧੀਆ ਪ੍ਰਚਾਰਕ ਬਣ ਗਏ। ਪਤਾ ਨਹੀਂ ਕਿੰਨੇ ਕਰੋੜ ਲੋਕਾਂ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਨੇ ਚਾਨਣ ਦੇ ਕੇ ਸਿੱਧੇ ਰਸਤੇ ਤੇ ਪਾਇਆ। ਗੁਰੂ ਅੰਗਦ ਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੇ ਸਿੱਧੇ ਰਸਤੇ ਤੇ ਪਾਇਆ, ਸ਼ਬਦ ਦੇ ਰਾਹੀਂ, ਚਾਨਣ ਦੇ ਰਾਹੀਂ। ਅੱਗੇ ਗੁਰੂ ਦੇ ਸਿੱਖ ਜਿੱਥੇ ਜਾਂਦੇ ਸੀ ਉਹ ਸ਼ਬਦ ਦੇ ਰਾਹੀਂ ਚਾਨਣ ਫੈਲਾਉਂਦੇ ਸੀ, ਆਪਣੇ ਨਾਲ ਨਹੀਂ ਸੀ ਜੋੜਦੇ। ਸ਼ਬਦ ਦੇ ਰਾਹੀਂ ਚਾਨਣ ਫੈਲਾ ਕੇ ਸਮਾਜ ਦੇ ਵਿੱਚੋਂ ਬੁਰਾਈਆਂ ਕੱਢਦੇ। ਇਹੀ ਬੁਰਾਈਆਂ ਸੀ ਭਾਈ ਕਨ੍ਹਈਆ ਜਿਹੜਾ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਰਿਹਾ। ਨਾਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਇਹ ਆ ਉਹ ਅਵਸਥਾ ਜਿਹੜੀ ਮਾਲਕ ਨਾਲ ਪਹੁੰਚਣ ਦੀ, ਵਾਹਿਗੁਰੂ ਨਾਲ ਪਹੁੰਚਣ ਦੀ, ਉਸ ਮਾਰਗ ਦੇ, ਉਸ ਮਾਲਕ ਦੇ, ਵਾਹਿਗੁਰੂ ਦੇ ਦਰ ਤੇ ਪਹੁੰਚਣ ਦੀ ਅਵਸਥਾ ਹੈ। ਉਹ ਤਾਂ ਹੋਣਾ ਜਦੋਂ ਸ਼ਬਦ ਦਾ ਚਾਨਣ ਲਵਾਂਗੇ। ਜਦੋਂ ਸ਼ਬਦ ਦਾ ਚਾਨਣ ਲਵਾਂਗੇ ਫਿਰ ਸਤਿਗੁਰੂ ਕਹਿੰਦੇ ਆ ਨਿਰਭਉ ਸੰਗ ਤੁਮਾਰੇ ਬਸਤੇ ਡਰਨ ਕਹਾਂ ਤੇ ਆਇਆ। ਫਿਰ ਸਤਿਗੁਰੂ ਕਹਿੰਦੇ ਆ ਵੀ ਨਿਰਵੈਰ ਹੋ ਕੇ ਜ਼ਿੰਦਗੀ ਬਤੀਤ ਕਰਨੀ। ਉਹ ਤਾਂ ਹੈਗਾ ਜਦੋਂ ਸ਼ਬਦ ਦਾ ਚਾਨਣ ਆਏਗਾ। ਗੁਰਸਿੱਖੀ ਦਾ ਚਾਨਣਾ ਲੱਖ ਅੰਮ੍ਰਿਤ ਫਲ ਫਿੱਕੇ ਲੇਖੈ, ਗੁਰਸਿੱਖੀ ਦੀ ਵਾਸ਼ ਲੈ ਹੋਏ ਦੁਰਗੰਧ ਸੁਗੰਧ ਸੁਰੇਖਿਆ। ਗੁਰਸਿੱਖੀ ਦੀ ਖੁਸ਼ਬੂ, ਗੁਰਸਿੱਖੀ 'ਚ ਜਦੋਂ ਖੁਸ਼ਬੂ ਦੀ ਗੱਲ ਚੱਲਦੀ ਆ, ਇੱਥੋਂ ਮਿਲਦਾ ਪਿਆਰ, ਇੱਥੋਂ ਮਿਲਦੀ ਨਿਮਰਤਾ, ਇੱਥੋਂ ਮਿਲਦੀ ਖਿਮਾ, ਇੱਥੋਂ ਮਿਲਦਾ ਸੱਚ, ਇੱਥੋਂ ਮਿਲਦਾ ਸਬਰ। ਇਹ ਗੁਣਾ ਦੀ ਖੁਸ਼ਬੂ। ਸਤਿਗੁਰ ਗੁਰਬਾਣੀ 'ਚ ਕਹਿੰਦੇ ਗੁਣਾ ਕਹੋ ਵੈ ਵਾਸਲਾ ਕੱਢ ਵਾਸ ਲਈ ਜੈ।
जे गुण होवन साधना मिल सांझ करीजै गुणा केरी छोड़ अवगण चलिए। गुणा नूं पल्ले पाओ, अवगुणा नूं पल्ले पाओ। अवगुण लैके ना अपनी जिंदगी दे इदां ही ना अजाई बतीत करके जाओ। गुरसिक्खी दे गुणां नूं, गुरसिक्खी दा गुण भाई तारू सिंह दे घरों खरीदो, वाहिगुरु खरीदो नहीं ग्रहण करो। घर च दुश्मन आए पुत्त नूं गिरफ्तार कर लई, मां कहंदी है पहला बैठ के प्रशादा छको। इन्नी निर्वैरता ਇਹ ਸਤਿਗੁਰਾਂ ਨੇ, ਇਹ ਗੁਰਸਿੱਖੀ ਨੇ ਸਿਖਾਈ ਆ। ਇਹ ਸਾਨੂੰ ਗੁਰਸਿੱਖੀ ਚੋਂ ਗ੍ਰਹਿਣ ਕਰਨੀ ਪੈਣੀ। ਗੁਰਸਿੱਖੀ ਦਾ ਵਾਸ ਲੈ ਹੋਏ ਦੁਰਗੰਧ ਸੁਗੰਧ ਸੁਰੇਖ ਹੈ। ਗੁਰਸਿੱਖੀ ਮਰ ਜੀਵਨਾ, ਜਿਉਣਾ ਹੈ ਤੇ ਮਰ ਕੇ ਜਿਉਣਾ ਹੈ। ਮਰ ਕੇ ਜਿਉਣ ਦਾ ਭਾਵ ਵਕਾਰਾਂ ਦੇ ਵੱਲੋਂ ਮਰ ਕੇ, ਆਤਮਿਕ ਮੌਤ ਨਹੀਂ ਸਹੇੜਨੀ। ਆਖਾ ਜੀਵਾਂ ਵਿਸਰੈ ਮਰ ਜਾਓ। गुरसिखी मर जीवना पाए भगत भै निमख निमेखै। अलेप रह गुर शब्द विसेखै। अलेप रहना जैसे जल में कमल निराल मुरगाई न साणै। जिस तरह जल दे विच मुरगाबी है, कमल दा पानी है रहिंदे आ, पर पानी तो निर्लेप रहिंदे आ। गुरु दी सिक्ख्या तू जिंदगी ऐदा बतीत करनी। समाज दे विच विचर के लोड़वंदां दी सहायता कर, समाज नूं वधिया चानण दे। रस्ते दे विच डिगना नहीं। गुरु वाले बनन तो पहला सतगुरु कहंदे ਜਿਹੜਾ ਗੁਰੂ ਵਾਲਾ ਬਣ ਜਾਂਦਾ ਨਾ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਇੱਥੇ ਪਹੁੰਚਣ ਤੋਂ ਪਹਿਲਾਂ ਤੇ ਸਤਿਗੁਰਾਂ ਨੇ ਇਹ ਵੀ ਕਿਹਾ ਵੀ ਕਰੈਤ ਨਹੀਂ ਕਰਨੀ, ਪਰਾਇਆ ਰੂਪ ਨਹੀਂ ਦੇਖਣਾ, ਤਮਾਕੂ ਦਾ ਸੇਵਨ ਨਹੀਂ ਕਰਨਾ, ਨਸ਼ਿਆਂ ਦਾ ਸੇਵਨ ਨਹੀਂ ਕਰਨਾ। ਉਹ ਵੀ ਚੀਜ਼ਾਂ ਉਹਨਾਂ ਚ ਡੋਲਣਾ ਨਹੀਂ ਆ, ਜੇ ਇੱਥੋਂ ਤੱਕ ਗੁਰੂ ਦਾ ਰੂਪ ਬਣਨਾ। ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਹੋਂ ਕਰੋ ਨਿਵਾਸ। ਇਸੇ ਸ਼ਲੋਕ ਨੂੰ ਹੀ ਬਾਬਾ ਕਬੀਰ ਸਾਹਿਬ ਜੀ ਦਾ ਜਿਹੜਾ 134 ਨੰਬਰ ਸ਼ਲੋਕ ਹੈ ਨਾ, ਇਸੇ ਸਾਰੀ ਸਿੱਖਿਆ ਨੂੰ ਹੀ ਬਿਆਨ ਕਰਦਾ ਹੈ। ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ। ਫਲ ਲੱਗਿਆ, ਰੁੱਖ ਲਾਇਆ, ਉਹਨੇ ਹਨੇਰੀਆਂ ਦੇਖਿਆ, ਸਾਰਾ ਕੁਝ ਦੇਖਿਆ, ਹੁਣ ਫਲ ਲੱਗਣਾ ਸ਼ੁਰੂ ਹੋ ਗਿਆ। ਪਰ ਪਹੁੰਚੇ ਕਿਹੜੇ? ਜਾਏ ਪਹੁੰਚੈ ਖਸਮ ਕਉ, ਜੋ ਬੀਚ ਨਾ ਖਾਹੀ ਕਾਂਬ। ਜਿਹੜੇ ਵਿੱਚ ਡੋਲੇ ਨਹੀਂ, ਝੜੇ ਨਹੀਂ, ਡਿੱਗੇ ਨਹੀਂ, ਉਹ ਮਾਲਕ ਤੱਕ ਪਹੁੰਚੇ। ਉਹ ਗੁਰੂ ਦੇ ਸਿੱਖ ਜਿਨ੍ਹਾਂ ਦੇ ਘਰ ਚ ਵਿਆਹ ਹੈ, ਵਿਆਹ ਵੇਲੇ ਡੋਲੇ ਨਹੀਂ, ਤਲਾਂਜਲੀ ਨਹੀਂ ਦਿੱਤੀ, ਉਹ ਕੰਮ ਨਹੀਂ ਕੀਤੇ ਜਿਹੜੇ ਸਤਿਗੁਰੂ ਮਨਾ ਕਰਦੇ ਆ। ਦਾਜ ਦੀ ਪ੍ਰਥਾ ਹੋ ਗਈ ਜਾਂ ਹੋਰ ਨਸ਼ਿਆਂ ਵਾਲੇ ਪਾਸੇ ਤੁਰ ਪਏ। ਜਦੋਂ ਦੁੱਖ ਆ ਗਿਆ ਤੇ ਦੁੱਖ ਵੇਲੇ ਵੀ ਵਾਹਿਗੁਰੂ ਨੂੰ ਭੁੱਲੇ ਨਹੀਂ। ਦੁੱਖ ਵੇਲੇ ਵੀ ਉਸ ਵਾਹਿਗੁਰੂ ਨੂੰ, ਉਸ ਪ੍ਰਮਾਤਮਾ ਨੂੰ ਚੇਤਾ ਕੀਤਾ, ਯਾਦ ਕੀਤਾ, ਫਿਰ ਉਹ ਗੁਰੂ ਦੇ ਸਿੱਖ ਮਾਲਕ ਤੱਕ ਪਹੁੰਚ ਜਾਂਦੇ। ਅਰਦਾਸ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ, ਮਿਹਰਾਮਤ ਕਰੋ, ਡਿਗੈ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਆਪਾਂ ਵੀ ਆਪਣੀ ਜ਼ਿੰਦਗੀ ਨੂੰ ਵਧੀਆ ਸਫਲ ਜ਼ਿੰਦਗੀ ਬਤੀਤ ਕਰੀਏ। ਇਹ ਜ਼ਿੰਦਗੀ ਜਿਹੜੀ ਮਿਲੀ ਹੈ ਇਹਨੂੰ ਸਫਲ ਕਰਕੇ ਜਾਈਏ, ਵਾਹਿਗੁਰੂ ਦੇ ਮਾਲਕ ਦੇ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਾਰੀ ਸੰਗਤ ਦਾ ਧੰਨਵਾਦ। ਸਮੂਹ ਵੀਰਾਂ ਭੈਣਾਂ ਦਾ, ਇੱਕ ਬਾਣੀ ਚੈਨਲ ਦਾ ਸਾਰਿਆਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।